ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਪਾਵ ਸੁਹਾਵੇ ਜਾਨਤੋ ਧਿਰ ਜੁਲਦੇ, ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਨਤੋ ਜਸ ਗਾਵੇ। ਜਿਉ ਪਿਆ ਤੋ ਸ਼ਰਨੀ, ਤੈਂਡੇ ਬੰਦਸ ਮੈਂ ਕੋਈ ਨਾ ਡਿਠਾ। ਤੂੰ ਨਾਨਕ ਮਨ ਭਾਣਾ, ਕੋਲ ਕਮਾਈ ਤਿਸ ਮਿੱਤਰ ਵਿਚੋਲੇ। ਜੈ ਮਿਲ ਕੰਤ ਪਿਛਾਣਾ, ਤੁਮਰੇ ਸ਼ਰਨ ਤੁਮਾਰੇ ਆਸਾ। ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਇਆਲਾ। ਨਾਨਕ ਕਰਕੇ ਗੋਲੇ। ਸ਼ਹਿਨਸ਼ਾਹੇ ਹਰ ਦੋ ਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤ ਸੰਗਿਓ, ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਆਪ ਵਡਭਾਗੀ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕੇ ਉਹਨਾਂ ਮਹਾਨ ਬਾਬਿਆਂ ਦੀ ਮਿੱਠੀ ਪਿਆਰੀ ਯਾਦ ਅੰਦਰ ਜੁੜ ਬੈਠੇ ਹੋ, ਜਿਨ੍ਹਾਂ ਨੇ ਸੱਚ ਦੀ ਖਾਤਰ ਆਪਣਾ ਆਪਾ ਕੁਰਬਾਨ ਕਰ ਦਿੱਤਾ। ਉਹਨਾਂ ਦੇ ਨਾਮ ਦੇ ਨਾਲ ਸ਼ਬਦ ਜੁੜ ਗਿਆ ਬਾਬਾ। ਉਮਰਾਂ ਭਾਵੇਂ ਵਡੇਰੀਆਂ ਨਹੀਂ ਸਨ, ਪਰ ਅਸੀਂ ਸਤਿਕਾਰ ਨਾਲ ਕਹਿੰਦੇ ਹਾਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਬਾਬਾ ਤੇ ਵੱਡੇ ਦੇ ਨਾਲ ਲਾਇਆ ਜਾਂਦਾ ਹੈ। ਵਡੇਰੀ ਉਮਰ ਦਾ ਹੋਵੇ ਤੇ ਸ਼ਬਦ ਵਰਤਨੇ ਆ ਬਾਬਾ। ਫਿਰ ਉਮਰ ਛੋਟੀ ਹੈ ਤੇ ਬਾਬਾ ਕਿਉਂ? ਅਸਲ ਵਿੱਚ ਉਹਨਾਂ ਨੇ ਕਾਰਨਾਮਾ ਐਡਾ ਵੱਡਾ ਕੀਤਾ ਹੈ ਕਿ ਜਿਹੜੇ ਵਡੇਰੀ ਉਮਰ ਵਾਲੇ ਵੀ ਨਹੀਂ ਕਰ ਸਕਦੇ। ਸਿੱਖ ਸ਼ਾਦੀ ਦੇ ਇਹ ਬੋਲ ਨੇ, ਉਹ ਕਹਿੰਦੇ ਨੇ ਬਜ਼ੁਰਗੀ ਬਾ ਅਕਲ ਅਸਤ ਨਾ ਕੇ ਬਸਾਲ, ਤਵੰਗਰੀ ਬਾ ਦਿਲ ਅਸਤ ਨਾ ਕੇ ਬਮਾਲ। ਕਹਿੰਦੇ ਨੇ ਕਿ ਜਿਹੜੀ ਬਜ਼ੁਰਗੀ ਹੈ ਨਾ, ਇਹ ਅਕਲ ਕਰਕੇ ਹੁੰਦੀ ਹੈ, ਉਮਰ ਕਰਕੇ ਨਹੀਂ, ਸਾਲਾਂ ਕਰਕੇ ਨਹੀਂ। ਕਈ ਵਾਰੀ ਉਮਰ ਛੋਟੀ ਹੋਵੇ ਤੇ ਗੱਲ ਬਹੁਤ ਵੱਡੀ ਕਹਿ ਜਾਂਦਾ ਹੈ, ਤੇ ਕਈ ਵਾਰੀ ਐਸਾ ਵੀ ਵੇਖਣ ਵਿੱਚ ਆਉਂਦਾ ਕਿ ਹੁੰਦਾ ਹੈ ਬਜ਼ੁਰਗ ਪਰ ਗੱਲਾਂ ਉਹਦੀਆਂ ਬੱਚਿਆਂ ਵਾਲੀਆਂ ਹੁੰਦੀਆਂ। ਉਮਰ ਛੋਟੀ ਸੀ ਪਰ ਕਾਰਨਾਮਾ ਬਹੁਤ ਵੱਡਾ ਕੀਤਾ। ਨਾਮ ਲੱਗ ਗਿਆ, ਨਾਲ ਲਕਬ ਜੁੜ ਗਿਆ ਬਾਬਾ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਗੁਰੂ ਸਵਾਰਿਓ, ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ, ਉਹ ਇੱਕ ਦਿਨ ਦੁਨੀਆ ਦੇ ਨਕਸ਼ੇ ਤੋਂ ਵੀ ਨੇਸਤੋ ਨਾਬੂਦ ਹੋ ਜਾਇਆ ਕਰਦੀਆਂ ਨੇ। ਇਹ ਮਹਾਨ ਗੁਰਮਤਿ ਸਮਾਗਮ ਮਹਾਂਪੁਰਸ਼ਾਂ ਨੇ ਬਹੁਤ ਵੱਡਾ ਉਦਮ ਉਪਰਾਲਾ ਕੀਤਾ ਹੈ। ਸ਼੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਮਹਾਂਪੁਰਸ਼, ਉਹਨਾਂ ਦੀ ਪ੍ਰੇਰਨਾ, ਸ਼੍ਰੀਮਾਨ ਸੰਤ ਬਾਬਾ ਗੁਰਮੀਤ ਸਿੰਘ ਜੀ
ਜਿਨ੍ਹਾਂ ਨੇ ਬਹੁਤ ਵੱਡਾ ਉਦਮ ਉਪਰਾਲਾ ਕੀਤਾ, ਆਪ ਵੀ ਜੁੜੇ ਤੇ ਦੂਜਿਆਂ ਨੂੰ ਵੀ ਜੋੜਿਆ। ਥੋੜ੍ਹੇ ਜਿਹੇ ਸਮੇਂ ਵਿੱਚ ਮੈਂ ਚੰਦ ਮਿੰਟ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਣੀ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਗੁਰੂ ਨਾਨਕ ਜੋਤ ਨੇ 10 ਜਾਮੇ ਧਾਰਨ ਕੀਤੇ ਨੇ। ਜੋਤ ਇੱਕੋ ਹੀ ਸੀ, ਜਾਮੇ 10 ਨੇ। ਉਹਨਾਂ ਵਿੱਚ ਉਂਝ ਤਾਂ ਬਹੁਤ ਕੁਝ ਬਖਸ਼ਿਸ਼ ਕੀਤਾ, ਬਿਆਨ ਤੋਂ ਬਾਹਰ ਹੈ, ਪਰ 2 ਬੜੀਆਂ ਮਹਾਨ ਕਿਰਪਾ ਕੀਤੀਆਂ ਨੇ। ਇੱਕ ਗੁਰੂ ਗ੍ਰੰਥ ਦਿੱਤਾ ਹੈ, ਦੂਜਾ ਗੁਰੂ ਪੰਥ ਦਿੱਤਾ ਹੈ। ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸਾਂਝ ਹੀ ਸਿੱਖੀ ਹੈ। ਇੰਜ ਕਹਿ ਲਈਏ ਕਿ ਗੁਰੂ ਗ੍ਰੰਥ ਦੀ ਤਾਬਿਆ ਗੁਰੂ ਪੰਥ ਹੈ। ਕਦੇ ਕਿਹਾ ਸੀ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਕਿ ਪੰਥ ਕੀ ਰਹੇਗੀ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਕੀ ਨਾ ਰਹੀ ਤੋ ਗ੍ਰੰਥ ਕੌਣ ਮਾਨੇਗਾ। ਜੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰੱਖਣਾ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰਹਿਣੀ ਲਾਜ਼ਮੀ ਹੈ, ਕਿਉਂਕਿ ਗੁਰੂ ਗ੍ਰੰਥ ਦੀ ਤਾਬਿਆ ਗੁਰੂ ਪੰਥ ਹੈ। ਤੋ ਉਹਨਾਂ ਮਹਾਨ ਸੂਰਬੀਰਾਂ ਨੇ ਆਪਣਾ ਆਪਾ ਕੁਰਬਾਨ ਕਰਕੇ ਸਾਨੂੰ ਸਿੱਖੀ ਦੀ ਪਹਿਚਾਣ ਕਰਾਈ। ਔਰ ਗੁਰੂ ਸਵਾਰਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਸੰਬੰਧ ਵਿੱਚ ਇੱਕ ਮੁਸਲਮਾਨ ਸ਼ਾਇਰ ਨੂੰ ਵੀ ਇਹ ਸ਼ਬਦ ਕਹਿਣੇ ਪਏ ਕਿ ਇਨਸਾਫ ਕਰੇ ਜੀ ਮੇਂ ਜ਼ਮਾਨਾ ਤੋ ਯਕੀਨ ਹੈ, ਕਹਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਕਹਿੰਦੇ ਨੇ ਜੇ ਕਿਤੇ ਜ਼ਮਾਨਾ ਸੱਚੇ ਦਿਲੋਂ ਇਨਸਾਫ ਕਰੇ ਤੇ ਫਿਰ ਕਹਿਣਾ ਪਏਗਾ ਕਿ ਕਲਗੀ ਵਾਲੇ ਪਾਤਸ਼ਾਹ ਦਾ ਨਾ ਕੋਈ ਸਾਨੀ ਹੋਇਆ ਤੇ ਨਾ ਅੱਗੋਂ ਕਦੇ ਹੋਵੇਗਾ। ਦੁਨੀਆ ਦੇ ਲੋਕ ਆਪਣੇ ਬੱਚਿਆਂ ਦੀ ਖਾਤਰ ਸਭ ਕੁਝ ਦਾਅ ਤੇ ਲਾ ਦਿੰਦੇ ਨੇ। ਇੱਕ ਅਦੀਬ ਕਹਿੰਦਾ ਕਿ ਸਭ ਤੋਂ ਪਿਆਰੀ ਜਿੰਦ ਹੈ, ਜਿੰਦ ਤੋਂ ਪਿਆਰੇ ਬਾਲ ਨੇ। ਆਪਣੀ ਜਾਨ ਤੋਂ ਵੀ ਵੱਧ ਅਸੀਂ ਬੱਚਿਆਂ ਨੂੰ ਪਿਆਰ ਕਰਨੇ ਆ। ਕਹਿ ਦੇਣਾ ਗੱਲ ਸੌਖੀ ਏ, ਸੁਣ ਕੇ ਚਲੇ ਜਾਣਾ ਗੱਲ ਬਹੁਤ ਆਸਾਨ ਹੈ, ਪਰ ਉਸ ਚੀਜ਼ ਨੂੰ ਆਪਣੇ ਹਿਰਦੇ ਵਿੱਚ ਇੱਕ ਵਾਰੀ ਵਸਾ ਕੇ ਵੇਖੋ, ਆਪਣੇ ਆਪ ਨੂੰ ਉਸ ਥਾਂ ਤੇ ਖੜੇ ਕਰਕੇ ਵੇਖੋ। ਸਭ ਤੋਂ ਪਿਆਰੀ ਜਿੰਦ ਹੈ, ਜਿੰਦ ਤੋਂ ਪਿਆਰੇ ਬਾਲ ਨੇ, ਪਰ ਉਹ ਕਿੰਨੇ ਪਿਆਰੇ ਹੋਣਗੇ ਜਿਨ੍ਹਾਂ ਤੋਂ ਸਦਕੇ ਲਾਲ ਨੇ। ਤੁਹਾਡੇ ਨਾਲ ਕਿੰਨਾ ਕੁ ਪਿਆਰ ਹੋਵੇਗਾ ਕਲਗੀ ਵਾਲੇ ਪਾਤਸ਼ਾਹ ਦਾ, ਜਿਨ੍ਹਾਂ ਨੇ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ। ਦੁਨੀਆ ਦੇ ਲੋਕ ਅੱਜ ਤੱਕ ਸੁੱਖ ਮੰਗਦੇ ਨੇ ਕਿ ਸਾਨੂੰ ਸੁੱਖ ਮਿਲ ਜਾਏ। ਇਹ ਜਿੰਨੀ ਭੱਜ ਦੌੜੇ, ਧਨ ਦੌਲਤ ਇਕੱਠਾ ਕਰਨਾ, ਪੂਜਾ ਪਾਠ, ਧੀਆਂ ਪੁੱਤਰ ਭੈਣ ਭਰਾ ਕਾਹਦੇ ਵਾਸਤੇ ਨੇ? ਸੁੱਖ ਮਿਲੇ। ਤੇ ਸੱਚ ਜਾਣਿਓ, ਜੇ ਕਿਤੇ ਉਹਨਾਂ ਕੋਲੋਂ ਹੀ ਦੁੱਖ ਮਿਲਦਾ ਹੋਵੇ ਨਾ ਤੇ ਰਿਸ਼ਤੇ ਨਾਤੇ ਟੁੱਟਣ ਲੱਗਿਆਂ ਟਾਈਮ ਨਹੀਂ ਜੇ ਲੱਗਦਾ। ਪਤੀ ਪਤਨੀ ਕਿੰਨਾ ਪਿਆਰ ਹੈ, ਪਰ ਜੇ ਕਿਤੇ ਸੁੱਖ ਨਹੀਂ ਮਿਲਿਆ, ਦੁੱਖ ਮਿਲਿਆ ਤੇ ਨੌਬਤ ਤਲਾਕ ਤੱਕ ਪਹੁੰਚ ਜਾਂਦੀ। ਸਾਰਿਆਂ ਦੇ ਅੰਦਰ ਭਾਵਨਾ ਹੁੰਦੀ ਕਿ ਮੈਨੂੰ ਸੁੱਖ ਮਿਲੇ, ਪਰ ਕਲਗੀ ਵਾਲੇ ਪਾਤਸ਼ਾਹ ਤੇਰਾ ਕੈਸਾ ਨਿਆਰਾਪਨ ਹੈ। ਮੇਰੇ ਪਾਤਸ਼ਾਹ ਜੀ ਮੰਗ ਕੀ ਮੰਗਦੇ ਨੇ? ਕਹਿੰਦੇ ਨੇ ਨਿਕਲੇ ਜਦੋਂ ਚਮਕੌਰ ਤੋਂ ਘਰ ਘਾਟ ਸਭ ਬਰਬਾਦ ਸੀ, ਪੈਰੀ ਸੀ ਛਾਲੇ ਪੈਰੇ ਧਰ ਤੇ ਲਿਟੇ ਦਿਲਸ਼ਾਦ ਸੀ। ਅਰਸ਼ਾਂ ਤੇ ਜੈ ਜੈਕਾਰ ਸੀ, ਫਰਸ਼ਾਂ ਤੇ ਜੈ ਜੈ ਨਾਦ ਸੀ। ਮੁਖੋਂ ਸਨ ਉਸ ਨੂੰ ਕਹਿ ਰਹੇ, ਦਿਲ ਵਿੱਚ ਇੱਕ ਜਿਸ ਦੀ ਯਾਦ ਸੀ। ਕੀ ਕਹਿੰਦੇ ਨੇ? ਕਰਸਾਂ ਸੁਰਾਹੀ ਸੂਲ ਦੀ, ਖੰਜਰ ਪਿਆਲੇ ਪੀਆਂਗਾ, ਪ੍ਰਭੂ ਪੰਥ ਮੇਰੇ ਨੂੰ ਸੁੱਖ ਮਿਲੇ, ਮੈਂ ਦੁੱਖਾਂ ਦਾ ਜੀਵਨ ਜੀਆਂਗਾ। ਹੇ ਵਾਹਿਗੁਰੂ, ਜਿੰਨੇ ਦੁੱਖ ਨੇ ਮੇਰੀ ਝੋਲੀ ਵਿੱਚ ਪਾ ਦੇ, ਪਰ ਮੇਰੇ ਪੰਥ ਨੂੰ ਸੁੱਖ ਦੇ ਦੇ। ਕੋਈ ਹੈ ਦੁਨੀਆ ਤੇ ਐਸਾ ਰਹਿ ਪਰ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ, ਦੁੱਖ ਝੋਲੀ ਵਿੱਚ ਪਾ ਲੈ।
ਗੁਰੂ ਸਵਾਰਿਓ, ਉਂਝ ਤਾਂ ਉਹਨਾਂ ਮਹਾਨ ਬਾਬਿਆਂ ਦਾ ਜੇ ਕਿਤੇ ਜੀਵਨ ਬਿਆਨ ਕਰਨਾ ਹੋਵੇ ਨਾ, ਤੇ ਅਸੀਂ ਕਈ ਜਨਮ ਵੀ ਲੈ ਲਈਏ ਤੇ ਬਿਆਨ ਹੀ ਨਹੀਂ ਜੇ ਕੀਤਾ ਜਾ ਸਕਦਾ। ਪਰ ਇੱਕ ਪੰਛੀ ਝਾਤ ਯਤਨ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਲੈ ਕੇ ਕਿ ਸੱਚ ਨੂੰ ਕਿਸੇ ਤਰ੍ਹਾਂ ਮਿਟਾਇਆ ਜਾਏ, ਸੱਚ ਨਹੀਂ ਰਹਿਣ ਦੇਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵੀ ਸਮਾਂ ਆਇਆ ਤੇ ਤੱਤੀ ਤਵੀ ਸਾਹਮਣੇ ਆ ਗਈ, ਸੱਚ ਨਹੀਂ ਰਹਿਣ ਦੇਣਾ। ਉਬਲਦੀ ਦੇਗ ਸਾਹਮਣੇ ਆਈ, ਤੱਤੀ ਰੇਤ ਸਾਹਮਣੇ ਆਈ ਕਿ ਕਿਸੇ ਤਰ੍ਹਾਂ ਸੱਚ ਨੂੰ ਮਿਟਾ ਦਿੱਤਾ ਜਾਏ। ਇੱਥੇ ਹੀ ਬਸ ਨਹੀਂ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਵੀ 4 ਜੰਗਾਂ ਲੜੀਆਂ। ਕੋਈ ਜਰ ਜੋਰੂ ਜ਼ਮੀਨ ਵਾਸਤੇ ਨਹੀਂ, ਕੇਵਲ ਸੱਚ ਦੀ ਖਾਤਰ, ਅਣਖ ਦੀ ਖਾਤਰ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣਾ ਬਲੀਦਾਨ ਦਿੱਤਾ ਤੇ ਜਿਸ ਦਿਨ ਮੇਰੇ ਕਲਗੀ ਵਾਲੇ ਪਾਤਸ਼ਾਹ ਜੀ ਨੇ ਪਹਾੜੀ ਰਾਜਿਆਂ ਨੂੰ ਇਕੱਠੇ ਕਰਕੇ ਕਿਹਾ ਸੀ ਨਾ ਕਿ ਤੁਹਾਨੂੰ ਬੜਾ ਚਿਰ ਹੋ ਗਿਆ ਗੁਲਾਮੀ ਝੇਲਦਿਆਂ, ਆਓ ਮੈਂ ਤੁਹਾਡੇ ਗਲੋਂ ਗੁਲਾਮੀ ਦਾ ਤੌਕ ਲਾ ਦਿਆਂ, ਮੈਂ ਖਾਲਸੇ ਦੀ ਸਾਜਣਾ ਕਰਨ ਲੱਗਾ ਤੇ ਤੁਸੀਂ ਵਿੱਚ ਸ਼ਾਮਲ ਹੋਵੋ। ਪਰ ਸੱਚ ਜਾਣਿਓ, ਇੱਕ ਪੰਛੀ ਨੂੰ ਬਹੁਤ ਲੰਮਾ ਸਮਾਂ ਹੋ ਜਾਏ ਨਾ ਪਿੰਜਰੇ 'ਚ ਰਹਿੰਦਿਆਂ, ਉਹਨੂੰ ਤੁਸੀਂ ਬਾਹਰ ਕੱਢ ਕੇ ਵੇਖਿਓ, ਦੌੜ ਕੇ ਫਿਰ ਪਿੰਜਰੇ 'ਚ ਵੜ ਜਾਏਗਾ। ਉਹ ਆਪਣੇ ਆਪ ਨੂੰ ਉੱਥੇ ਹੀ ਮਹਿਫੂਜ਼ ਸਮਝਦਾ ਹੈ। ਕਲਗੀ ਵਾਲੇ ਪਾਤਸ਼ਾਹ ਉਹਨਾਂ ਨੂੰ ਆਜ਼ਾਦੀ ਦਿਵਾਉਣਾ ਚਾਹੁੰਦੇ ਨੇ, ਪਰ ਉਹਨਾਂ ਨੇ ਪਤਾ ਕੀ ਆਖਿਆ? ਕਹਿਣ ਲੱਗੇ, ਮਹਾਰਾਜ ਤੁਸੀਂ ਕਿਹੜੇ ਖਾਲਸੇ ਦੀਆਂ ਗੱਲਾਂ ਕਰਦੇ ਹੋ? ਜਿਹੜੇ ਮੁਗਲ ਨੇ ਨਾ, ਉਹ ਤੇ ਸ਼ੇਰਾਂ ਦੀ ਨਿਆਈ ਨੇ। ਸ਼ੇਰ ਜਦੋਂ ਇੱਕ ਵਾਰੀ ਦਹਾੜਦਾ ਤੇ ਭੇਡਾਂ ਦੇ ਜਿੱਡੇ ਮਰਜ਼ੀ ਝੁੰਡ ਹੋਵੇ ਜਾਂਦਿਆਂ ਰਾਹ ਹੀ ਨਹੀਂ ਲੱਭਦਾ। ਕਿਸੇ ਨੇ ਕਹਿ ਦਿੱਤਾ ਕਿ ਇਹਨਾਂ ਕੋਲ ਸਿਰ ਢੱਕਣ ਲਈ ਛੱਤ ਨਹੀਂ, ਉਹ ਹਵੇਲੀਆਂ ਦੇ ਮਾਲਕ ਨੇ, ਇਹ ਕੀ ਮੁਕਾਬਲਾ ਕਰਨਗੇ? ਇੱਕ ਹੋਰ ਉੱਠਿਆ ਤੇ ਕਹਿਣ ਲੱਗਾ, ਮਹਾਰਾਜ ਜਦੋਂ ਬਾਜ ਨਿਕਲਦਾ ਨਾ ਤੇ ਚਿੜੀਆਂ ਦੇ ਉੱਪਰ ਦੀ ਲੰਘ ਜਾਏ ਤੇ ਚਿੜੀਆਂ ਸੌਂਦੀਆਂ ਜਾਂਦੀਆਂ ਨੇ। ਉਹ ਬਾਜਾਂ ਦੀ ਨਿਆਈ ਨੇ, ਇਹ ਚਿੜੀਆਂ ਦੀ ਨਿਆਈ ਨੇ, ਇਹ ਕੀ ਮੁਕਾਬਲਾ ਕਰਨਗੇ? ਤੇ ਮੇਰੇ ਪਾਤਸ਼ਾਹ ਜੀ ਨੇ ਨਾ ਉੱਥੇ ਇੱਕ ਬਚਨ ਕਿਹਾ ਸੀ, ਇੱਕ ਬੇਨਤੀ ਹੋਰ ਕਰਾਂ, ਮੇਰੇ ਕਲਗੀ ਵਾਲੇ ਨੇ ਕਿਤੇ ਵੀ ਉਸ ਮਾਲਕ ਦਾ ਪੱਲਾ ਨਹੀਂ ਛੱਡਿਆ, ਕਿਤੇ ਇਹ ਨਹੀਂ ਆਖਿਆ ਕਿ ਆਹ ਕੰਮ ਮੈਂ ਕੀਤਾ, ਨਹੀਂ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਇਹ ਵਾਹਿਗੁਰੂ ਤੇਰੀ ਕਿਰਪਾ ਨਾਲ ਜਿੱਤ ਹੋਈ, ਮੇਰਾ ਕੁਝ ਨਹੀਂ। ਤੇ ਪੁੱਛਿਆ ਖਾਲਸਾ ਕਿਹਦਾ? ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਵੀ ਖਾਲਸੇ ਦੀ ਨਹੀਂ, ਵਾਹਿਗੁਰੂ ਦੀ ਹੈ, ਤੇ ਖਾਲਸਾ ਵੀ ਵਾਹਿਗੁਰੂ ਦਾ ਹੈ। ਹੁਣ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਕਿਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਨਾ, ਤੇ ਜਿਨ੍ਹਾਂ ਨੂੰ ਅੱਜ ਤੁਸੀਂ ਭੇਡਾਂ ਕਹਿੰਦੇ ਹੋ ਨਾ, ਮੈਂ ਇਹਨਾਂ ਨੂੰ ਇੱਕ ਦਿਨ ਸ਼ੇਰ ਬਣਾ ਦੇਣਾ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਸਾਹਿਬ ਕਹਿਣ ਲੱਗੇ, पेड़ों को मैं शेर बनाऊं, राठन के संग रंक लड़ाऊं, भूप गरीबन को कहलाऊं, चिड़ियों से मैं बाज तड़ाऊं, 1.25 लाख सेक लड़ाऊं, तबे गोबिंद सिंह नाम कहाऊं। कहन लगे तुसी एक दी गल करदे हो, मेरा खालसा ते ऐसा होवेगा 1.25 लाख दे नाल एक खालसा जिहड़ा वो डट जाएगा। 1.25 लाख दे नाल। गुरु सवारियो, इन्हां सारियां ने यतन कीता कि सच नूं मिटाईए। विचे ही मुगल ते विचे पहाड़ी राजे 8 महीने घेरा पाई रखिया। भुखण भाणे खालसे ते दुआले लखां दी गिनती विच फौज। 14 जंगां वैसे कलगी वाले पातशाह जी ने लड़ियां ने। इन्नी फौज सी, कोई अंदर रसद नहीं जान दिती। इत्थों तक कि प्रशादी हाथी जिहड़ा कदे कलगी वाले पातशाह दे सीस ते चवर करदा सी, जिहड़ा कदे सतलुज दा स्वच्छ जल लिया के पातशाह जी दे चरण धोंदा सी, वो भी भुख नाल तड़प तड़प के प्राण दे गया। कीमती घोड़े चलाना कर गए,
ਕੁਝ ਸਿੰਘ ਵੀ ਸ਼ਹੀਦ ਹੋ ਗਏ। ਸਿੰਘਾਂ ਨੇ ਬੇਨਤੀ ਕੀਤੀ, ਕਿਉਂਕਿ ਕੁਰਾਨ ਦੀਆਂ ਕਸਮਾਂ ਖਾਧੀਆਂ ਗਈਆਂ, ਆਟੇ ਦੀ ਗਊ ਬਣਾ ਕੇ ਵੀ ਕਸਮ ਖਾਧੀ ਗਈ ਕਿ ਮਹਾਰਾਜ ਤੁਹਾਡਾ ਕੋਈ ਰਸਤਾ ਨਹੀਂ ਰੋਕੇਗਾ, ਕਿਤੇ ਸਾਡੀ ਵੀ ਰਹਿ ਜਾਏ, ਤੁਸੀਂ ਕਿਰਪਾ ਕਰੋ, ਤੁਸੀਂ ਕਿਲੇ ਨੂੰ ਛੱਡ ਕੇ ਚਲੇ ਜਾਓ। ਮੇਰੇ ਪਾਤਸ਼ਾਹ ਜੀ ਨੇ ਉਹਨਾਂ ਤੇ ਭਰੋਸਾ ਕੀਤਾ ਜਿਨ੍ਹਾਂ ਨੇ ਕਸਮਾਂ ਖਾਧੀਆਂ ਸਨ। ਇਹ ਗੱਲ ਵੱਖਰੀ ਹੈ ਕਿ ਕਸਮ ਖਾਣ ਵਾਲਾ ਕਿੱਥੇ ਖੜਾ ਹੈ, ਪਰ ਧਰਮੀ ਬੰਦਾ ਜਿਹੜਾ ਨਾ, ਜਦੋਂ ਕੋਈ ਧਰਮ ਦੀ ਸਹੁੰ ਖਾਂਦਾ ਉਦੋਂ ਉਹਦੇ ਤੇ ਭਰੋਸਾ ਕਰਦਾ ਹੈ। ਬੇਨਤੀ ਕੀਤੀ, ਮਾਤਾ ਗੁਜਰੀ ਜੀ ਦੇ ਕੋਲ ਵੀ ਸਿੰਘ ਗਏ, ਮਾਂ ਜੀ ਤੁਸੀਂ ਆਖੋ ਕਲਗੀ ਵਾਲੇ ਪਾਤਸ਼ਾਹ ਨੂੰ ਕਿਲਾ ਛੱਡ ਦੇ। ਤੇ ਮੇਰੇ ਪਾਤਸ਼ਾਹ ਜੀ ਨੂੰ ਜਦੋਂ ਮਾਤਾ ਜੀ ਨੇ ਕਿਹਾ ਨਾ, ਕਹਿਣ ਲੱਗੇ ਭਾਗ ਕਿਲਾ ਛੱਡ ਦਿਓ, ਸਾਰਿਆਂ ਦੀ ਰਾਏ ਹੈ। ਤੇ ਮੇਰੇ ਸਾਹਿਬ ਜੀ ਕਹਿਣ ਲੱਗੇ ਮਾਂ ਜੀ ਆਉਣ ਵਾਲਾ ਸਮਾਂ ਬੜਾ ਭਿਆਨਕ ਆ ਰਿਹਾ ਹੈ, ਚੰਗਾ ਹੋਵੇ ਕੁਝ ਦਿਨ ਟਿਕ ਜਾਣ ਤੇ ਸਾਰੇ ਉਮਰ ਮੁੜ ਕੇ ਸੁੱਖ ਮਾਨਣਗੇ, ਸਦਾ ਵਾਸਤੇ ਸੁੱਖ ਹੋਵੇਗਾ। ਕਹਿਣ ਲੱਗੇ ਨਹੀਂ, ਸਾਰਿਆਂ ਦੀ ਵਿਚਾਰ ਹੈ ਕਿਲਾ ਛੱਡ ਦਿੱਤਾ ਜਾਏ। ਤੇ ਮੇਰੇ ਪਾਤਸ਼ਾਹ ਜੀ ਨੂੰ ਪਤਾ ਸੀ ਆਉਣ ਵਾਲਾ ਸਮਾਂ ਕਿਵੇਂ ਦਾ ਆਉਣਾ ਹੈ। ਮੇਰੇ ਸਾਹਿਬ ਜੀ ਨੇ ਨਾ, ਇੱਕ ਸ਼ਾਇਰ ਨੇ ਉੱਥੇ ਬੜਾ ਸੁੰਦਰ ਨਕਸ਼ਾ ਖਿੱਚਿਆ, ਕੁਝ ਸਵਾਲ ਜਵਾਬ ਨੇ। ਉਹ ਕਹਿੰਦੇ ਨੇ ਕਿ ਮਾਤਾ ਜੀ ਕਿਲਾ ਛੱਡਦਿਆਂ ਹਾਂ ਲਾਲ ਜੀ ਕੀ ਇਹ ਲੈਣਾ, ਜਿੰਦ ਬਚੀ ਤਾਂ ਸਭ ਕੁਝ ਬਚਿਆ, ਕੀ ਹੋਇਆ ਨਹੀਂ ਅਨੰਦਪੁਰ ਰਹਿਣਾ। ਉਹਨੇ ਸੌਆਂ ਸੁਗੰਧਾਂ ਖਾਂਦੇ। ਪਾਤਸ਼ਾਹ ਕਹਿਣ ਲੱਗੇ ਨਹੀਂ ਮਾਤਾ ਜੀ ਧੋਖਾ ਹੋਣਾ, ਅੱਗੇ ਤੁਸਾਂ ਨੇ ਵੇਖ ਲਿਆ ਏ, ਉਦੋਂ ਵੀ ਵੱਧ ਚੋਖਾ ਹੋਣਾ। ਛੱਡ ਕਿਲਾ ਬਾਹਰ ਜਾ ਨਿਕਲੇ, ਦੁਸ਼ਮਣ ਦਲ ਨੇ ਘੇਰਾ ਪਾਣਾ, ਤੂੰ ਤੇ ਅੰਮੀਏ ਇੱਧਰ ਜਾਸੈ, ਗੋਬਿੰਦ ਤੇਰੇ ਉਧਰ ਜਾਣਾ। ਦੋ ਪਾਸੀ ਪਰਿਵਾਰ ਵਿਛੜਨੇ, ਕਿਹੋ ਜਿਹਾ ਸਮਾਂ ਆਉਣਾ ਮਾਂ, ਦੋ ਪਾਸੀ ਪਰਿਵਾਰ ਵਿਛੜਨੇ, ਜਿਸ ਨੂੰ ਕਿਸੇ ਨਾ ਦੇਣੀ ਢੋਈ, ਦੋ ਜਿੰਦਾਂ ਲੈ ਲੁਕਦੀ ਫਿਰ ਸੈਂ, ਨਾ ਤੂੰ ਜਿਉਂਦੀ ਨਾ ਤੂੰ ਮੋਈ। ਚੰਦਨ ਹਾਰੇ ਮਾਤਾ ਤੇਰਾ, ਤੋੜਿਆ ਜਾਣਾ ਟੁਕਿਆ ਜਾਣਾ, ਅਸਾਂ ਨਹੀਂ ਫੇਰ ਅਨੰਦਪੁਰ ਆਉਣਾ, ਅੰਜਲ ਐਸਾ ਚੁੱਕਿਆ ਜਾਣਾ। ਤੇਰੇ ਸਿੱਧੇ ਸਬਰ ਦੇ ਰਾਹੇ, ਸਰਸਾ ਨੇ ਅਟਕਾਣਾ ਰੋੜਾ, ਚੌਂ ਲਾਲਾਂ ਦਾ ਹਾਰ ਜੋੜਿਆ, ਹੋ ਨਿਖੜਨੇ ਜੋੜਾ ਜੋੜਾ। ਕਿਸ ਤਰ੍ਹਾਂ ਇਹ ਦੋ ਪੋਤੇ ਜੰਗ ਦੇ ਅੰਦਰ, ਦੋ ਲੱਗਣਗੇ ਕੰਧ ਦੇ ਅੰਦਰ, ਮੈਂ ਹੋਣਾ ਚਮਕੌਰ ਦੇ ਅੰਦਰ, ਤੂੰ ਹੋਣਾ ਸਰਹੰਦ ਦੇ ਅੰਦਰ। ਆਉਣ ਵਾਲਾ ਸਮਾਂ ਮਾਂ ਜੀ ਕੁਝ ਇਸ ਤਰ੍ਹਾਂ ਦਾ ਆਉਣਾ ਹੈ। ਖੈਰ ਮੇਰੇ ਕੋਲ ਇੰਨਾ ਸਮਾਂ ਨਹੀਂ, ਮੈਂ ਇੱਕ ਬੇਨਤੀ ਕਰਾਂ। ਸਿੰਘਾਂ ਦੇ ਕਹਿਣ ਤੇ ਪਾਤਸ਼ਾਹ ਜੀ ਨੇ ਕਿਲਾ ਤੇ ਛੱਡ ਦਿੱਤਾ। ਸਰਸਾ ਤੇ ਆ ਕੇ ਤਿੰਨਾਂ ਹਿੱਸਿਆਂ ਵਿੱਚ ਪਰਿਵਾਰ ਵਿਛੜ ਗਿਆ। ਕੁਝ ਸਿੰਘ ਤੇ ਵੱਡੇ ਸਾਹਿਬਜ਼ਾਦੇ ਕਲਗੀ ਵਾਲੇ ਪਾਤਸ਼ਾਹ ਜੀ ਦੇ ਨਾਲ ਨੇ, ਕਿਉਂਕਿ ਇੱਥੇ ਹੀ ਆਸਾ ਦੀ ਵਾਰ ਦਾ ਕੀਰਤਨ ਕੀਤਾ ਮੇਰੇ ਸਾਹਿਬ ਨੇ। ਦੇਖੋ ਅਸੀਂ ਤੇ ਮਖਮਲੀ ਗੱਦਿਆਂ ਤੇ ਵੀ ਸਾਨੂੰ ਨਿਤਨੇਮ ਭੁੱਲ ਜਾਂਦੇ ਨਾ, ਪਰ ਕਲਗੀ ਵਾਲਾ ਪਾਤਸ਼ਾਹ ਜਦੋਂ ਸਰਸਾ ਦੇ ਕੰਢੇ ਤੇ ਪਹੁੰਚੇ, ਅੱਗੇ ਸਰਸਾ ਪੂਰੇ ਜੋਬਨ ਤੇ ਵਗ ਰਹੀ, ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਦਇਆ ਸਿੰਘ ਮੈਨੂੰ ਭੁੱਖ ਬੜੀ ਲੱਗੀ ਹੈ, ਪਾਤਸ਼ਾਹ ਇਸ ਵੇਲੇ ਕੀ ਲੈ ਕੇ ਆਵਾਂ? ਤੇ ਮੇਰੇ ਸਾਹਿਬ ਨੇ ਕਿਹਾ ਦਇਆ ਸਿੰਘਾ ਮੈਨੂੰ ਭੋਜਨ ਦੀ ਭੁੱਖ ਨਹੀਂ ਲੱਗੀ, ਭਜਨ ਦੀ ਭੁੱਖ ਲੱਗੀ ਹੈ। ਆਸਾ ਦੀ ਵਾਰ ਦਾ ਕੀਰਤਨ ਕਰੋ।
ਆਸਾ ਦੀ ਵਾਰ ਦਾ ਕੀਰਤਨ ਕੀਤਾ ਗਿਆ। ਇੱਥੋਂ ਸਰਸਾ ਨੂੰ ਪਾਰ ਕੀਤਾ, ਵਿਛੋੜਾ ਪੈ ਗਿਆ। ਪਰਿਵਾਰ ਤਿੰਨਾਂ ਹਿੱਸਿਆਂ ਵਿੱਚ ਵੰਡਿਆ ਗਿਆ। ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਪਾਣੀ ਦੇ ਵਹਾਓ ਦੇ ਵਿੱਚ ਇੱਕ ਪਾਸੇ ਚਲੇ ਗਏ। ਭਾਈ ਮਨੀ ਸਿੰਘ ਜੀ ਗੁਰੂ ਕੇ ਮਹਿਲ ਇਹਨਾਂ ਨੂੰ ਲੈ ਕੇ ਤੇ ਦਿੱਲੀ ਵਾਲੇ ਪਾਸੇ ਚਲੇ ਗਏ। ਤੇ ਕਲਗੀ ਵਾਲੇ ਪਾਤਸ਼ਾਹ ਜਿਹੜੇ ਕਿ ਚਮਕੌਰ ਦੀ ਗੜੀ ਵਾਲੇ ਪਾਸੇ ਆਏ, ਮੇਰੇ ਸਾਹਿਬ ਜੀ ਨੇ ਇੱਥੇ ਆ ਕੇ ਤੀਰ ਦੇ ਨਾਲ ਉਹ ਬੁੱਧੀ ਚੰਦ ਰਾਵਤ ਵੱਲੋਂ ਦਿੱਤੀ ਗਈ ਇਹ ਜਿਹੜੀ ਕੱਚੀ ਗੜੀ ਸੀ ਨਾ, ਇਹਦੀ ਥੋੜੀ ਜਿਹੀ ਮਿੱਟੀ ਹਵਾ ਵਿੱਚ ਉਡਾ ਦਿੱਤੀ ਹੱਥਾਂ ਵਿੱਚ ਮਸਲ ਕੇ। ਤੇ ਭਾਈ ਦਇਆ ਸਿੰਘ ਕਹਿਣ ਲੱਗੇ, ਪਾਤਸ਼ਾਹ ਤੁਸੀਂ ਆਪ ਹੀ ਮਿੱਟੀ ਨੂੰ ਲੈ ਕੇ ਹੱਥਾਂ ਵਿੱਚ ਮਸਲਿਆ ਤੇ ਹਵਾ ਵਿੱਚ ਉਡਾ ਕੇ ਮੁਸਕਰਾਏ ਕਿਉਂ? ਮੇਰੇ ਸਾਹਿਬ ਨੇ ਕਿਹਾ ਸੀ, ਕਹਿਣ ਲੱਗੇ ਉੱਥੇ ਜੋਗੀ ਅਲਾ ਯਾਰ ਖਾਂ ਨੇ ਜਿਹੜੇ ਬਚਨ ਕਹੇ ਨੇ ਨਾ, ਕਹਿੰਦੇ ਨੇ कि जिस खित्ते में हम कहते थे आना ये वही है, कल जिस जगह पे बच्चों को कटाना ये वही है, इस जगह से लुट कर जाना ये वही है, मिट्टी कह देती है ठिकाना ये वही है। कहते ने वो थाएं जिथे मैं कल अपने लखते जिगर शहीद करवा के जाना। कईयां दिनां दे भुखे भाणे अज कुछ शकन नूं मिलिया। कहते ने कि घोड़ियां दीयां काठियां थल्लों कपड़े कढे ते विछाउणे करके कुछ समय लई सौ गए। जोगी अला यार खां कहते ने कुछ सो गए जमीन पे जी पोश विछाकर, पहरा लगे देने कुछ तलवार उठाकर, गोविंद भी शाबाश हुए खेमे में जाकर, देखा तो वहां बैठे हैं गर्दन को झुकाकर, तू ही तू मुख से सा निकलता, वाहेगुरु वाहेगुरु मुख से सा निकलता। कहते ने जब 1.5 घड़ी रात गुजरी जिक्रे खुदा में, मेरे पातशाह जी नूं अज नींद नहीं आ रही। दो कारण हुंदे ने नींद ना आउण दे, या कोई चिंतन विच होवे तां नींद नहीं आउंदी, या फिर चिंता विच होवे ते तां नींद नहीं आउंदी। पर कलगी वाले पातशाह किते चिंता विच ने नहीं, मेरे साहब ते ओहदे चिंतन विच जुड़े ने। जब 1.5 घड़ी रात गुजरी जिक्रे खुदा में, खेमे से निकल आई सरकार हवा में, कदमों से टहलते थे दिल था दुआ में, कहते थे ऐ खुदा मैं खुश हूं तेरी रजा में, कहते थे करतार से खोया रूबरू होकर, कल जाऊंगा चमकौर से मैं सुरखरू होकर। पहले बाप को कटाया अब मैं बच्चों को कटाऊंगा, नानक का बाग खूने जिगर से खिलाऊंगा। कहते ने जेड़ा मेरे गुरु नानक ने सिक्खी दा बाग लाया, मैं अपने खून दा जिगर दा खून पा के इस बाग नूं हरा रखना है। ये बाग कदे सुक नहीं सकदा, ये हकीकत है। तुहानूं मिटाण वाले ते मिट गए पर कोई मिटा नहीं सकिया। उहदा कारण की है? एक अदीब कहंदा कि सिੱਖੀ दियां बूटियां कदे भी नहीं सुकना, क्योंकि इन्हां दियां जड़ां चों दशमेश जी दे पुत्रां दा लहू कदे नहीं मुकना, इन्हां नूं कदे कोई मुका नहीं सकदा। गुरु सवारिओ, ये वो कलगी वाला पातशाह है जिसने अपने पुत्रां नूं आप मैदाने जंग विच तोरिया। अज तो मैं वेखदा असीं अपने बच्चिआं नूं तोरने आ किस वास्ते? पुत्र तू विदेश विच चलना, चंगे पैसे जाके कमाई, तू नौकरी ते चलना, वधिया तरीके नाल तू नौकरी करी। पर वाह मेरे कलगी वाले पातशाह, तुसीं भी अपने पुत्रां नूं तोरिया, पर कैसा न्यारापन है। मेरे पातशाह जी वड्डे साहिबजादे नूं आप मैदाने जंग विच जद तोरदे ने ना, ते कहन लगे ख्वाहिश है हम तेग तुम्हें चलाते हुए देखें, हम आंख से बरशी तुम्हें खाते हुए देखें। पुत्र मैं चाहुंदा कि तू मैदाने जंग विच मेरी अखां दे सामने जूझदा होया शहादत दा जाम पी जाए। कैसा न्यारापन है। मेरे साहब जी अपने छोटे साहिबजादे नूं जदों मैदाने जंग विच तोरदे ने ना, ते उस वेले एक शायर ने कहा, कहन लगे कि समझांदियां होया कहन लगे तुसी उन्हां दे अंश हो लाल मेरे, जिन्हां मौत नूं खुंगियां पा लईआं, कज्जण वास्ते सतर सतवंतना दे, जिन्हां पुठियां खल्लां लुहा लईआं, हथ धर्मियां दे सिर ते धरन बदले, सिर विच तत्तियां रेता पवा लईआं, ਠਾਰਨ ਲਈ ਗਰੀਬਾਂ ਦੇ ਤਪੇ ਹਿਰਦੇ ਸੜਦੀ ਦੇਗ ਵਿੱਚ ਚੁੱਭੀਆਂ ਲਾ ਲਈਆਂ। ਪਰ ਮੰਨੀਹੀਨ ਨਾ ਧਰਮ ਨੂੰ ਦਾਗ ਲਾਇਆ, ਲੱਖਾਂ ਫੱਟ ਲੱਗੇ ਦੇਈਆਂ ਕੂਲੀਆਂ ਤੇ, ਮੂੰਹ ਚੋਂ ਹੱਕ ਦਾ ਬਿਰਦ ਪਰ ਛੱਡਿਆ ਨਹੀਂ, ਹੱਸ ਹੱਸ ਕੇ ਲਟਕ ਗਏ ਸੂਲੀਆਂ ਤੇ ਬਾਬਾ ਜੁਝਾਰ ਸਿੰਘ ਨੇ ਕਿਹਾ ਸੀ, ਸ਼ੇਰ ਜੁੱਸੇ ਨੂੰ ਫਰਕ ਕੇ ਕਿਹਾ ਅੱਗੋਂ,
ਨਵੇਂ ਪਿਤਾ ਮੈਂ ਪੂਰਨੇ ਪਾ ਦਿਆਂਗਾ। ਭਾਰਤ ਮਾਂ ਦੀਆਂ ਆਸਾਂ ਤੇ ਸੱਦਰਾਂ ਤੇ ਚੁਣ ਚੁਣ ਅਮਲ ਦੇ ਫੁੱਲ ਚੜਾ ਦਿਆਂਗਾ। ਚਾੜ ਚਾੜ ਤਲਵਾਰ ਦੀ ਤਕੜੀ ਤੇ ਮੰਡੀ ਸਿਰਾਂ ਤੇ ਧੜਾਂ ਦੀ ਲਾ ਦਿਆਂਗਾ। ਤੇਰੇ ਅੰਮ੍ਰਿਤ ਸਰੋਵਰ ਚੋਂ ਘੁੱਟ ਪੀਤਾ ਮੈਂ ਤੇ ਖੂਨ ਦੇ ਵਹਿਣ ਵਗਾ ਦਿਆਂਗਾ। ਕਹਿਣ ਲੱਗੇ ਕੋਈ ਭਰਮ ਨਾ ਕਰੋ ਅਜੀਤ ਜੀ ਨੂੰ, ਕੱਲਾ ਇੱਕ ਵੀ ਘੜੀ ਨਹੀਂ ਰਹਿਣ ਦਿੰਦਾ। ਛੇਤੀ ਮਿਲਾਂਗਾ ਵੀਰ ਨੂੰ, ਪਾ ਜੱਫੀ ਭੰਗ ਜੋੜੀਆਂ ਵਿੱਚ ਨਹੀਂ ਪੈਣ ਦਿੰਦਾ। ਛੋਟਾ ਸਾਹਿਬਜ਼ਾਦਾ ਵੀ ਸ਼ਹਾਦਤ ਦਾ ਜਾਮ ਪੀ ਗਿਆ, ਪਰ ਮੇਰੇ ਕਲਗੀ ਵਾਲੇ ਪਾਤਸ਼ਾਹ ਮਮਟੀ ਤੋਂ ਜਕਾਰੇ ਗਜਾਉਂਦੇ ਨੇ। ਕੋਈ ਅੱਖ ਵਿੱਚ ਅਥਰੂ ਨਹੀਂ ਆਇਆ। ਜਕਾਰੇ ਗਜਾਉਂਦਿਆਂ ਰਸਨਾ ਤੇ ਬੋਲ ਸਨ। ਕਹਿੰਦੇ ਨੇ ਜਿਸ ਕੀ ਵਸਤ ਤੇ ਸਾਗੇ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਉਸ ਤੇ ਚੌਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਔਰ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਵੀ ਮੁਸਕਰਾ ਕੇ ਲੰਘ ਗਏ। ਭਾਈ ਦਇਆ ਸਿੰਘ ਨੇ ਕਦੇ ਕਿਹਾ ਸੀ, ਕਹਿਣ ਲੱਗੇ 2 ਗਜ ਕੱਪੜਾ ਹੀ ਇਸ ਤੇ ਪਾ ਆਵਾਂ, ਮਰਨ ਪਿੱਛੋਂ ਇਹ ਕਫਨ ਹੀ ਲੱਜ ਹੁੰਦਾ। ਤੇ ਸਾਹਿਬ ਕਹਿਣ ਲੱਗਿਆਗਾ ਤੁਰ ਤੂੰ ਪਤਾ ਹੀ ਦਇਆ ਸਿੰਘਾ, ਕਫਨ ਸੂਰਮੇ ਵਾਸਤੇ ਬੱਜ ਹੁੰਦਾ। ਜੇਕਰ ਇਹਨਾਂ ਨੂੰ ਕਫਨਾਂ ਦੀ ਲੋੜ ਹੁੰਦੀ, ਮਰਦੇ ਘਰੀ ਇਹ ਪਲੰਘਾਂ ਨਵਾਰੀਆਂ ਤੇ ਇਹ ਬੇਕਫਨ ਲਾਸ਼ਾਂ ਪਰਦੇ ਪਾਣਗੀਆਂ ਭਾਰਤ ਦੀਆਂ ਸਤਵੰਤੀਆਂ ਨਾਰੀਆਂ ਤੇ ਗੁਰੂ ਸਵਾਰਿਓ, ਐਸਾ ਕਲਗੀ ਵਾਲਾ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਪੁੱਤਰ ਅੱਖਾਂ ਸਾਹਮਣੇ ਸ਼ਹੀਦ ਕਰਾਏ। ਤੇ ਜਦੋਂ ਇਹ ਪਤਾ ਲੱਗਾ ਨਾ ਕਿ ਕਲਗੀ ਵਾਲੇ ਪਾਤਸ਼ਾਹ ਦੇ ਛੋਟੇ ਲਖਤੇ ਜਿਗਰ ਉਹ ਵੀ ਸ਼ਹਾਦਤ ਦਾ ਜਾਮ ਪੀ ਗਏ ਨੇ। ਸੂਬੇ ਦੀ ਕਚਹਿਰੀ ਵਿੱਚ ਡੋਲੇ ਨਹੀਂ, ਅਜੇ ਕਿ ਬੜਾ ਡੁਲਾਉਣ ਦਾ ਯਤਨ ਕੀਤਾ ਗਿਆ ਸੀ। ਬਹੁਤ ਯਤਨ ਕੀਤਾ ਗਿਆ, ਬੜੇ ਲਾਲਚ ਦਿੱਤੇ ਗਏ। ਕਹਿਣ ਲੱਗੇ ਜੇ ਤੁਹਾਨੂੰ ਛੱਡ ਦਈਏ ਤੇ ਤੁਸੀਂ ਕੀ ਕਰੋਗੇ? ਉਹਨਾਂ ਇੱਕ ਗੱਲ ਕਹੀ ਸੀ ਬਾਬਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਨੇ। ਕਹਿਣ ਲੱਗੇ ਤੁਸੀਂ ਸਾਨੂੰ ਛੱਡੋ, ਅਸੀਂ ਸਿੰਘਾਂ ਨੂੰ ਫੇਰ ਇਕੱਠੇ ਕਰਾਂਗੇ। ਕਹਿਣ ਲੱਗੇ ਫੇਰ ਕੀ ਕਰੋਗੇ? ਕਹਿਣ ਲੱਗੇ ਤੁਸੀਂ ਹੁਣ ਤੱਕ ਆਨੰਦਪੁਰ ਸਾਹਿਬ ਨੂੰ ਘੇਰਾ ਪਾਉਂਦੇ ਰਹੇ ਹੋ ਨਾ, ਅਸੀਂ ਹੁਣ ਸਰਹੰਦ ਨੂੰ ਘੇਰਾ ਪਾ ਕੇ ਦੱਸਾਂਗੇ। ਕਹਿਣ ਲੱਗੇ ਜੇ ਤੁਹਾਨੂੰ ਫੇਰ ਛੱਡ ਦਿੱਤਾ ਜਾਏ ਤੇ ਫੇਰ ਕੀ ਕਰੋਗੇ? ਤੇ ਬਾਬਾ ਫਤਿਹ ਸਿੰਘ ਨੇ ਇੱਕ ਗੱਲ ਕਹੀ ਸੀ। ਕਹਿਣ ਲੱਗੇ ਸੂਬਿਆ ਮੇਰੀ ਗੱਲ ਯਾਦ ਰੱਖੀ, ਜਿੰਨਾ ਚਿਰ ਤੇਰੇ 2 ਟੋਟੇ ਨਹੀਂ ਨਾ ਕਰ ਦਿੰਦੇ ਕਦੇ ਵੀ ਚੈਨ ਨਾਲ ਨਹੀਂ ਬੈਠਾਂਗੇ। ਔਰ ਹਕੀਕਤ ਹੈ ਜੀ ਕਿ ਵਜ਼ੀਰ ਖਾਨ ਦੇ 2 ਟੋਟੇ ਹੋਏ ਸਨ, ਔਰ ਜਿਸ ਨੇ ਕੀਤੇ ਸਨ ਉਹ ਵੀ ਸਰਦਾਰ ਫਤਿਹ ਸਿੰਘ ਸੀ। ਜਦੋਂ ਸਰਹੰਦ ਫਤਿਹ ਕੀਤੀ ਹੈ ਨਾ, ਸਰਦਾਰ ਫਤਿਹ ਸਿੰਘ ਸੀ ਜਿਨੇ ਇੱਕੋ ਤੇਗ ਦੇ ਵਾਰ ਦੇ ਨਾਲ 2 ਟੋਟਿਆਂ ਵਿੱਚ ਵੰਡ ਕੇ ਰੱਖ ਦਿੱਤਾ ਸੀ। ਕਿਉਂਕਿ ਉਸ ਮਹਾਂਪੁਰਸ਼ ਦੇ ਨਿਕਲੇ ਹੋਏ ਬੋਲ ਤ੍ਰੈ ਕਾਲ ਸੱਤ ਹੋਏ। ਬੜੇ ਯਤਨ ਕੀਤੇ ਗਏ, ਔਰ ਦਾਦੀ ਮਾਂ ਨੂੰ ਰੋਜ਼ ਆ ਕੇ ਦੱਸਦੇ ਨੇ ਕਿ ਦਾਦੀ ਮਾਂ ਅੱਜ ਅਸੀਂ ਆਹ ਜਵਾਬ ਦਿੱਤਾ, ਅੱਜ ਅਸੀਂ ਆਹ ਜਵਾਬ ਦਿੱਤਾ। ਤੇ ਜਦੋਂ ਦੂਸਰੇ ਦਿਨ ਇਹ ਸੁਣਾ ਦਿੱਤਾ ਗਿਆ ਕਿ ਕੱਲ ਨੂੰ ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਏ, ਤੇ ਉਸ ਵੇਲੇ ਨਾ ਅੱਜ ਦੌੜ ਕੇ ਆਏ ਬੁਰਜ ਵਿੱਚ ਤੇ ਦਾਦੀ ਮਾਂ ਦੇ ਕੋਲ ਆ ਕੇ ਕਹਿਣ ਲੱਗੇ ਦਾਦੀ ਮਾਂ ਅੱਜ ਦੀ ਰਾਤ ਅਸੀਂ ਤੇਰੇ ਕੋਲ ਆ। ਦਾਦੀ ਮਾਂ ਨੇ ਪੁੱਛਿਆ ਸੀ ਕਿ ਕੀ ਸਵਾਲ ਜਵਾਬ ਹੋਏ? ਕਹਿਣ ਲੱਗੇ ਦਾਦੀ ਮਾਂ ਅਸੀਂ ਮੂੰਹ ਤੋੜ ਕੇ ਜਵਾਬ ਦਿੱਤਾ ਹੈ, ਔਰ ਅੱਜ ਦੀ ਰਾਤ ਤੇਰੇ ਕੋਲ ਆ, ਕੱਲ ਨੂੰ ਰਹਿੰਦੇ ਪਰਚੇ ਵੀ ਅਸਾਂ ਪਾਸ ਕਰ ਜਾਣੇ ਨੇ। ਪੁੱਛਿਆ ਕਿਵੇਂ? ਕਹਿਣ ਲੱਗੇ ਮਾਂ ਕੱਲ ਨੂੰ ਸਾਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਣਾ। ਮੈਂ ਸਮਝਣਾ ਦਾਦੀ ਮਾਂ ਤੇ ਉਸ ਵੇਲੇ ਕੀ ਬੀਤੀ ਹੋਵੇਗੀ। ਪਰ ਵਾਹ ਮਾਂ ਤੇਰੇ ਚਰਨਾਂ ਵਿੱਚ ਵੀ ਨਮਸਕਾਰ। ਆਪ ਆਪਣੇ ਪੋਤਿਆਂ ਨੂੰ ਤਿਆਰ ਕੀਤਾ ਔਰ ਉਠਾ ਕੇ ਕਹਿੰਦੇ ਨੇ ਕਿ ਉਠੋ ਮੇਰੇ ਲਾਲੋ, जरा गले से लगा तो लूं, नन्हे से सरों पे कंघी करूं, जरा मुंह दिला तो लूं। कहने लगे नन्हे से सरों पे कलगी सजा तो लूं, मरने से पहले मैं तुम्हें दूल्हा बना तो लूं। वाह दादी मां अपने पोतियां नूं आप तैयार करदे ने। और जदों तोरन लगे सन ना ते सोहन सिंह सीतल उन्हां ने इत्थे नक्शा खिंचिया। वो कहंदे ने तुर पए दोवे लाडले जद फतेह बुला के, वार खीरी मां दे चरणी हथ ला के, बूहे विचों परत के बोले मुस्कुरा के। की कहन लगे मां उडीकांगे तेनू अम्मीए असी सचखंड जाके, पर ना आउणा तुसां ने बहुता चिर ला के। थक ना जाइए अम्मीए असी औंसियां पा के, साडा जी नहीं लगना मां तू छेती आउणा, नहीं ते रुस पऊ फतेह सिंह तेरा जी परचाउणा। मिन्नतां कर कर अम्मीए फिर पऊ मनाउणा, तेरे बाजो मां जी सचखंड नहीं पाउणा। ते दादी मां ने कहा सी चलो मेरे हीरियो मैं मगरे ही आवां,
ਪੁੱਤਾਂ ਬਾਝੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਪੁੱਤਰਾਂ ਦੁਆਲੇ ਰਾਮ ਕਾਰ ਮਾਵਾਂ ਦੀਆਂ ਬਾਵਾਂ, ਜਿੱਧਰ ਉੱਡਦੇ ਹੰਸ ਉਧਰ ਉੱਡਦੀਆਂ ਛਾਵਾਂ, ਵੇ ਲੋਕੋ ਤੋਰ ਕਰਦੀਆਂ ਰੌਣਕਾਂ ਮੈਂ ਸੱਚਖੰਡ ਵਸਾਵਾਂ। ਉਸ ਦਾਦੀ ਮਾਂ ਨੇ ਆਪਣੇ ਪੋਤਿਆਂ ਨੂੰ ਤੋਰਿਆ। ਇੱਕ ਗੱਲ ਕਹਿ ਕੇ ਸਮਾਪਤੀ ਕਰਾਂ। ਮੇਰੇ ਸਾਹਿਬ ਜੀ ਨੇ ਜਦੋਂ ਨੂਰੇ ਮਾਈ ਨੂੰ ਭੇਜਿਆ ਨਾ, ਤੇ ਕਹਿਣ ਲੱਗੇ ਨੂਰਿਆ ਕੋਈ ਸਾਹਿਬਜ਼ਾਦਿਆਂ ਦੀ ਤੇ ਮਾਂ ਗੁਜਰੀ ਦੀ ਖਬਰ ਲੈ ਕੇ ਆ। ਨੂਰਾ ਮਾਹੀ ਰਾਏ ਦੇ ਕੱਲੇ ਦੇ ਕੋਲੋਂ ਆਇਆ ਔਰ ਸਾਰੀ ਰਿਪੋਰਟ ਲੈ ਕੇ ਜਦੋਂ ਗਿਆ, ਕਲਗੀ ਵਾਲੇ ਪਾਤਸ਼ਾਹ ਦੇ ਸਾਹਮਣੇ ਗਿਆ ਤੇ ਭੁੱਬਾ ਮਾਰ ਕੇ ਰੋ ਪਿਆ। ਮੇਰੇ ਸਾਹਿਬ ਜੀ ਕਹਿਣ ਲੱਗੇ ਨੂਰਿਆ ਤੂੰ ਰੋਇਆ ਕਿਉਂ? ਦਾਤਾ ਕੈਸੀ ਮਨਹੂਸ ਸ਼ਾਮ ਆਈ ਏ, ਮੈਂ ਕਿਹੋ ਜਿਹਾ ਸੁਨੇਹਾ ਲੈ ਕੇ ਆਇਆ। ਕਹਿਣ ਲੱਗੇ ਨੂਰਿਆ ਤੂੰ ਘਬਰਾ ਨਾ, ਮੈਂ ਤੇ ਇਹਨਾਂ ਸ਼ਾਮਾਂ ਦੇ ਸੁਨੇਹੇ ਸੁਣਦਾ ਹੁਣ ਆਦੀ ਹੋ ਗਿਆ, ਤੂੰ ਦੱਸ ਹੋਇਆ ਕੀ? ਉੱਥੇ ਨੂਰੇ ਮਾਈ ਨੇ ਕਿਹਾ, ਕਹਿਣ ਲੱਗੇ ਦਾਤਾ ਤੇਰੇ ਛੋਟੇ ਲਖਤੇ ਜਿਗਰ, ਉਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਹੈ। ਦਾਦੀ ਬੁੱਢੜੀ ਮਾਂ ਉਹ ਵੀ ਸ਼ਹਾਦਤ ਦਾ ਜਾਮ ਪੀ ਗਈ। ਜਦੋਂ ਇਹ ਸੁਣਿਆ ਤੇ ਕਲਗੀ ਵਾਲੇ ਨੇ ਫੇਰ ਜਕਾਰਾ ਗਜਾਇਆ। ਹੈਰਾਨ ਹੋ ਗਿਆ ਰਾਏ ਕੱਲਾ, ਕਹਿਣ ਲੱਗਾ ਪਾਤਸ਼ਾਹ ਇੱਥੇ ਤੇ ਕਿਸੇ ਦਾ ਇੱਕ ਪੁੱਤਰ ਚਲਾਣਾ ਕਰ ਜਾ ਉਹਦਾ ਲੱਕ ਟੁੱਟ ਜਾਂਦਾ, ਉੱਠ ਨਹੀਂ ਸਕਦਾ, ਪਰ 4 ਪੁੱਤਰ ਸਨ, 4 ਹੀ ਸ਼ਹੀਦ ਹੋ ਗਏ। ਮੇਰੇ ਦਾਤਿਆ ਤੁਸੀਂ ਜਕਾਰੇ ਪੈ ਜਾਂਦੇ ਹੋ, ਜਕਾਰੇ ਤੇ ਜਿੱਤ ਦੇ ਸਮੇਂ ਗਜਾਏ ਜਾਂਦੇ ਨੇ। ਤੇ ਪਤਾ ਪਾਤਸ਼ਾਹ ਨੇ ਕੀ ਕਿਹਾ ਸੀ? ਕਹਿਣ ਲੱਗੇ ਕੱਲਿਆ ਤੂੰ ਨਹੀਂ ਸਮਝ ਸਕੇਗਾ, ਦੁਸ਼ਮਣ ਦੀ ਬੜੇ ਚਿਰਾਂ ਤੋਂ ਇਹ ਚਾਲ ਸੀ ਕਿ ਸੱਚ ਨੂੰ ਮਿਟਾਣਾ। ਔਰ ਕਹਿਣ ਲੱਗੇ ਕਿਸੇ ਜੰਜੀਰ ਦੀ ਤਾਕਤ ਉਹਦੀ ਸਭ ਤੋਂ ਕਮਜ਼ੋਰ ਕੜੀ ਹੁੰਦੀ ਹੈ। ਜੇ ਕਿਤੇ ਉਹ ਕਮਜ਼ੋਰ ਕੜੀ ਟੁੱਟ ਜਾਏ ਤੇ ਜੰਜੀਰ ਦੇ ਟੁਕੜੇ ਹੋ ਜਾਂਦੇ ਨੇ। ਅੱਜ ਮੈਨੂੰ ਇੱਕ ਭੈ ਸੀ ਕਿ ਮੇਰੇ ਛੋਟੇ ਛੋਟੇ ਮਾਸੂਮ ਬੱਚੇ ਕਿਤੇ ਕਿਸੇ ਲਾਲਚ ਵਿੱਚ ਆ ਕੇ, ਕਿਸੇ ਭੈ ਵਿੱਚ ਆ ਕੇ ਕਿਤੇ ਇਹ ਡੋਲ ਨਾ ਜਾਣ। ਪਰ ਕੱਲਿਆ ਅੱਜ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਮੇਰੇ ਮਾਸੂਮ ਵੀ ਨਹੀਂ ਡੋਲੇ, ਸ਼ਹਾਦਤ ਦਾ ਜਾਮ ਪੀ ਗਏ, ਅੱਜ ਮੇਰੀ ਮੁਕੰਮਲ ਤੌਰ ਤੇ ਜਿੱਤ ਹੋ ਗਈ। ਅੱਜ ਔਰੰਗਜ਼ੇਬ ਦੀ ਹਾਰ ਹੋ ਗਈ ਹੈ। ਮੈਂ ਜਕਾਰੇ ਨਾ ਗਜਾਵਾਂ ਤੇ ਕੀ ਕਰਾਂ, ਅੱਜ ਮੇਰੀ ਮੁਕੰਮਲ ਤੌਰ ਤੇ ਜਿੱਤ ਹੋ ਗਈ। ਗੁਰੂ ਸਵਾਰਿਓ, ਉਹ ਕਲਗੀ ਵਾਲੇ ਪਾਤਸ਼ਾਹ ਨੇ ਆਪਣੇ ਪੁੱਤਰ ਸ਼ਹੀਦ ਕਰਵਾ ਲੈ, ਪਰ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਅਸੀਂ ਸਿੱਖੀ ਤੋਂ ਕੋਹਾਂ ਦੂਰ ਜਾ ਰਹੇ ਹਾਂ। ਮੈਂ ਆਪਣੀਆਂ ਭੈਣਾਂ ਨੂੰ ਬੇਨਤੀ ਕਰਾਂਗਾ, ਇੱਕ ਮਾਂ ਆਪਣੇ ਬੱਚੇ ਦੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦੀ। ਮਾਂ ਆਪਣੇ ਪੁੱਤਰ ਨੂੰ ਭਗਤ ਬਣਾ ਸਕਦੀ ਹੈ। ਮਾਂ ਆਪਣੇ ਪੁੱਤਰ ਨੂੰ ਟੁੱਟੇ ਹੋਏ ਨੂੰ ਫਿਰ ਜੋੜ ਵੀ ਦਿੰਦੀ ਹੈ। ਮਹਾਰਾਣੀ ਜਿੰਦਾ ਨੇ ਕੰਵਰ ਦਲੀਪ ਸਿੰਘ ਨੂੰ ਟੁੱਟੇ ਹੋਏ ਨੂੰ ਫਿਰ ਜੋੜ ਦਿੱਤਾ ਸੀ। ਮਾਂ ਦੇ ਕੋਲ ਬੜੀ ਤਾਕਤ ਹੈ। ਇੱਕੋ ਗੱਲ ਕਹੀ ਸੀ ਮਹਾਰਾਣੀ ਜਿੰਦਾ ਦੀ, ਰੋ ਰੋ ਕੇ ਅੱਖਾਂ ਦੀ ਜੋਤ ਵੀ ਜਾਂਦੀ ਰਹੀ। ਤੇ ਕੰਵਰ ਦਲੀਪ ਸਿੰਘ ਦੇ ਨਾਲ ਜਦੋਂ ਮਿਲਾਪ ਹੋਇਆ ਨਾ, ਮਾਂ ਨੇ ਘੁੱਟ ਕੇ ਛਾਤੀ ਨਾਲ ਲਾਇਆ, ਕਹਿਣ ਲੱਗੀ ਸ਼ੁਕਰ ਹੈ, ਕੀ ਹੋਇਆ? ਰਾਜ ਭਾਗ ਨਹੀਂ ਰਿਹਾ, ਕੀ ਹੋਇਆ? ਸਿਰ ਦਾ ਸਾਈਂ ਨਹੀਂ ਰਿਹਾ, ਮੇਰਾ ਪੁੱਤਰ ਤੇ ਮੇਰੇ ਕੋਲ ਹੈ ਨਾ। ਤੇ ਜਦੋਂ ਕੰਡ ਤੇ ਹੱਥ ਫੇਰਦਿਆਂ ਫੇਰਦਿਆਂ ਸਿਰ ਤੇ ਗਿਆ, ਇੱਕੋ ਦਮ ਚੀਕ ਨਿਕਲ ਗਈ, ਵੇ ਦਲੀਪ ਅੱਜ ਮੈਂ ਲੁੱਟੀ ਗਈ। ਮਾਂ ਕੀ ਹੋਇਆ? ਹੁਣ ਤੇ ਤੂੰ ਸ਼ੁਕਰਾਨਾ ਵੀ ਕਰਦੀ ਸੈਂ। ਤੇ ਉੱਥੇ ਇੱਕ ਬੜੀ ਪਿਆਰੀ ਬਾਤ ਕਹੀ, ਕਹਿਣ ਲੱਗੀ ਅੱਜ ਜਦੋਂ ਮੇਰੇ ਘਰੋਂ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਜਾਂਦੀ ਰਹੀ, ਅੱਜ ਮੈਂ ਮੁਕੰਮਲ ਤੌਰ ਤੇ ਲੁੱਟੀ ਗਈ। ਉੱਥੇ ਸ਼ਾਇਰ ਨੇ ਕਿਹਾ, ਕਹਿਣ ਲੱਗੀ ਵੇ ਤੂੰ ਪੁੱਤ ਸੈਂ ਸੰਤ ਸਿਪਾਹੀਆਂ ਦਾ, ਤੇਰੇ ਗਾਤਰੇ ਪਈ ਕਿਰਪਾਨ ਹੈ ਨਹੀਂ। ਅੱਜ ਤੇਰੇ ਕੋਲ ਸਿੱਖੀ ਨਹੀਂ ਰਹੀ, ਤੈਨੂੰ ਤੇ ਸੰਤ ਸਿਪਾਹੀ ਬਣਾਇਆ ਸੀ ਕਲਗੀ ਵਾਲੇ ਪਾਤਸ਼ਾਹ। ਕੱਛ ਕੜਾ ਤੇ ਕੇਸ ਕਿਰਪਾਨ ਕੰਗਾ, ਸਿੱਖੀ ਚਿੰਨਾ ਚੋਂ ਕੋਈ ਨਿਸ਼ਾਨ ਹੈ ਨਹੀਂ। ਵੇ ਤੈਨੂੰ ਈਸਾ ਦੀ ਸੂਲੀ ਤੇ ਯਾਦ ਰਹਿ ਗਈ। ਆ ਜਿਹੜੀ ਗਲੇ 'ਚ ਸਲੀਬ ਲਟਕਾਈ ਫਿਰਨਾ, ਈਸਾ ਦੀ ਉਹ ਨਿਸ਼ਾਨੀ ਸਲੀਬ, ਇਹ ਤੇ ਤੈਨੂੰ ਚੇਤੇ ਰਹਿ ਗਈ। ਪਰ ਤੈਨੂੰ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਕਿਵੇਂ ਭੁੱਲ ਗਏ, ਜਿਹੜੇ ਤੱਤੀ ਤਵੀ ਤੇ ਵੀ ਗੀਤ ਗਾਉਂਦੇ ਰਹੇ। ਵੇ ਤੈਨੂੰ ਈਸਾ ਦੀ ਸੂਲੀ ਤੇ ਯਾਦ ਰਹਿ ਗਈ, ਭੁੱਲੇ ਤਵੀਆਂ ਤੇ ਤਾਰੀਆਂ ਲਾਣ ਵਾਲੇ, ਚੌਕ ਚਾਂਦਨੀ ਸੀਸ ਕਟਵਾਣ ਵਾਲੇ, ਬੱਚੇ ਅੱਖਾਂ ਦੇ ਸਾਵੇਂ ਕਹਾਣ ਵਾਲੇ। ਆਪਣੇ ਪੁੱਤਰ ਕਹਾ ਲੈ, ਸ਼ਹੀਦ ਕਰਵਾ ਲੈ। ਤੈਨੂੰ ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਵੇਂ ਭੁੱਲ ਗਿਆ? ਤੈਨੂੰ ਸਾਹਿਬਜ਼ਾਦੇ ਕਿਵੇਂ ਭੁੱਲ ਗਏ? ਤੈਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਕਿਵੇਂ ਭੁੱਲ ਗਏ, ਜਿਨ੍ਹਾਂ ਨੇ ਕਿਹਾ ਸੀ ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ, ਬਾਂਹ ਨਾ ਛੋੜੀਏ। ਔਰ ਕਹਿਣ ਲੱਗੀ ਪੁੱਤਰਾ ਚੰਗਾ ਹੁੰਦਾ
ਜੇ ਕਿਤੇ ਨਾ ਅੱਜ ਤੇਰੀ ਲਾਸ਼ ਆਉਂਦੀ, ਤੂੰ ਫੱਟੇ ਤੇ ਪਿਆ ਹੁੰਦਾ, ਮੈਂ ਮਾਣ ਨਾਲ ਕਹਿੰਦੀ ਜੇ ਤੂੰ ਕਿਤੇ ਧਰਮ ਦੀ ਖਾਤਰ ਸ਼ਹੀਦ ਹੋ ਜਾਂਦਾ, ਮੈਂ ਇੱਕ ਸ਼ਹੀਦ ਦੀ ਮਾਂ ਖਵਾ ਸਕਦੀ। ਚੰਗਾ ਹੁੰਦਾ ਜੇ ਧਰਮ ਤੋਂ ਜਾਣ ਦਿੰਦਾ, ਰਹਿੰਦੀ ਗੁਰੂ ਨੂੰ ਮੂੰਹ ਵਿਖਾਣ ਜੋਗੀ। ਮੈਂ ਵੀ ਕਲਗੀ ਵਾਲੇ ਨੂੰ ਮੂੰਹ ਵਿਖਾਣ ਜੋਗੀ ਰਹਿ ਜਾਂਦੀ। ਰੂਹ ਤੜਪਦੀ ਸ਼ੇਰੇ ਪੰਜਾਬ ਦੀ ਨਾ, ਰਹਿੰਦੀ ਸ਼ਹੀਦ ਦੀ ਮਾਂ ਅਖਵਾਣ ਜੋਗੀ। ਮੈਂ ਵੀ ਇੱਕ ਸ਼ਹੀਦ ਦੀ ਮਾਂ ਖਵਾਂਦੀ। ਭੁੱਬਾਂ ਨਿਕਲ ਗਈਆਂ ਕੰਵਰ ਦਲੀਪ ਦੀਆਂ, ਪੈਰਾਂ ਤੇ ਡਿੱਗ ਪਿਆ, ਕਹਿਣ ਲੱਗਾ ਮਾਂ ਮੈਂ ਛੋਟਾ ਸਾਂ, ਮੈਨੂੰ ਦੁਸ਼ਮਣਾਂ ਨੇ ਵਰਗਲਾ ਲਿਆ ਔਰ ਮੈਂ ਪਤਿਤ ਹੋ ਗਿਆ। ਮਾਂ ਮੈਂ ਅੱਜ ਤੇਰੇ ਨਾਲ ਇੱਕ ਵਾਅਦਾ ਕਰਨ ਲੱਗਾ, ਵੇਖ ਮੈਂ ਤੈਨੂੰ ਰਾਜ ਭਾਗ ਵਾਪਸ ਨਹੀਂ ਲਿਆ ਕੇ ਦੇ ਸਕਦਾ, ਮੈਂ ਤੇਰੇ ਸਿਰ ਦਾ ਸਾਈਂ ਨਹੀਂ ਲਿਆ ਸਕਦਾ, ਮੈਂ ਤੇਰਾ ਮਰਿਆ ਭਰਾ ਨਹੀਂ ਮੋੜ ਸਕਦਾ, ਪਰ ਤੇਰਾ ਪੁੱਤਰ ਅੱਜ ਤੇਰੇ ਨਾਲ ਵਾਅਦਾ ਕਰਦਾ ਹੈ, ਮੇਰੇ ਜਦੋਂ ਪ੍ਰਾਣ ਨਿਕਲਣਗੇ ਮੇਰੇ ਕੋਲ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਜ਼ਰੂਰ ਹੋਵੇਗੀ। ਔਰ ਹਕੀਕਤ ਹੈ ਕਿ ਜਦੋਂ ਪੈਰਿਸ ਦੇ ਗ੍ਰੈਂਡ ਹੋਟਲ ਦੇ 19 ਨੰਬਰ ਕਮਰੇ ਵਿੱਚ ਕੰਵਰ ਦਲੀਪ ਸਿੰਘ ਨੇ ਆਪਣਾ ਆਖਰੀ ਸਵਾਸ ਲਿਆ ਸੀ, ਉਹਦੇ ਕੋਲ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਸੀ। ਇੱਕ ਟੁੱਟੇ ਹੋਏ ਨੂੰ ਮਾਂ ਨੇ ਜੋੜ ਦਿੱਤਾ। ਮੈਂ ਮਾਵਾਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਤੁਹਾਡੇ ਬੱਚਿਆਂ ਵਿੱਚੋਂ ਕਲਗੀ ਵਾਲੇ ਨੇ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਵੇਖਣਾ ਹੈ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਨੂੰ ਵੇਖਣਾ ਹੈ। ਇਸ ਕਰਕੇ ਅੱਜ ਲੋੜ ਹੈ ਇਹ ਮਨਾਏ ਹੋਏ ਸਮਾਗਮ ਸਾਡੇ ਸਫਲਾ ਹੋ ਜਾਣ। ਪ੍ਰਣ ਕਰੀਏ ਕਿ ਅਸੀਂ ਆਪ ਵੀ ਬਾਣੀ ਤੇ ਬਾਣੇ ਦੇ ਧਾਰਨੀ ਹੋਵਾਂਗੇ, ਆਪਣੇ ਬੱਚਿਆਂ ਨੂੰ ਵੀ ਜੋੜੀਏ। ਮਹਾਂਪੁਰਸ਼ਾਂ ਦਾ ਬਹੁਤ ਵੱਡਾ ਉਦਮ ਉਪਰਾਲਾ ਹੈ ਜੁੜਨਾ ਔਰ ਦੂਜਿਆਂ ਨੂੰ ਜੋੜਨਾ। ਬਹੁਤ ਵੱਡਾ ਉਦਮ ਉਪਰਾਲਾ ਕੀਤਾ ਹੈ। ਲੋੜ ਹੈ ਅਸੀਂ ਗੁਰੂ ਵਾਲੇ ਬਣੀਏ, ਗੁਰੂ ਸਾਡਾ ਹੋ ਜਾਏ, ਫਿਰ ਇਹ ਆਰਜ਼ੂ ਮੇਰੀ रूप भर के हजार फूल खिलाएगी, अगर बाग से इश्क है तो कभी बहार भी आएगी। ਭੁੱਲਾਂ ਚੁੱਕਾਂ ਦੀ ਖਿਮਾ। ਕੋਟਾਨ ਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਸ੍ਰੀਮਾਨ ਮਹਾਂਪੁਰਸ਼ ਬਾਬਾ ਗੁਰਮੀਤ ਸਿੰਘ ਜੀ, ਜਿਨ੍ਹਾਂ ਉਚੇਚੇ ਤੌਰ ਤੇ ਆਵਾਜ਼ ਮਾਰ ਕੇ ਗੁਰੂ ਸਵਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਸ੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ, ਉਹਨਾਂ ਦਾ ਵੀ ਹਾਰਦਿਕ ਤੌਰ ਤੇ ਧੰਨਵਾਦ। ਮਾਨਯੋਗ ਗਿਆਨੀ ਸੂਬਾ ਸਿੰਘ ਜੀ, ਸਟੇਜ ਸਕੱਤਰ ਸਾਹਿਬ, ਸਾਰਿਆਂ ਦਾ ਧੰਨਵਾਦ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਕਿਲਾ ਛੱਡਦਿਆਂ, ਹਾਂ ਲਾਲ ਜੀ ਕੀ ਇਹ ਲੈਣਾ, ਜਿੰਦ ਬਚੀ ਤਾਂ ਸਭ ਕੁਝ ਬਚਿਆ, ਕੀ ਹੋਇਆ ਨਹੀਂ ਅਨੰਦਪੁਰ ਰਹਿਣਾ। ਉਹਨੇ ਸੌਆਂ ਸੁਗੰਧਾਂ ਖਾਂਦੇ, ਪਾਤਸ਼ਾਹ ਕਹਿਣ ਲੱਗੇ ਨਹੀਂ ਮਾਤਾ ਜੀ ਧੋਖਾ ਹੋਣਾ, ਅੱਗੇ ਤੁਸਾਂ ਨੇ ਵੇਖ ਲਿਆ ਏ, ਉਦੋਂ ਵੀ ਵੱਧ ਚੋਖਾ ਹੋਣਾ। ਛੱਡ ਕਿਲਾ ਬਾਹਰ ਜਾ ਨਿਕਲੇ, ਦੁਸ਼ਮਣ ਦਲ ਨੇ ਘੇਰਾ ਪਾਣਾ, ਤੂੰ ਤੇ ਅੰਮੀਏ ਇੱਧਰ ਜਾਸੈ, ਗੋਬਿੰਦ ਤੇਰੇ ਉਧਰ ਜਾਣਾ। ਦੋ ਪਾਸੀ ਪਰਿਵਾਰ ਵਿਛੜਨੇ,